Hello दोस्तों, welcome to City Punjab. So today we are going to discuss current affairs that are related to 17th to 21st August. सारे current affairs discuss करेंगे। ਅੱਗੇ ਵਧਣ ਤੋਂ ਪਹਿਲਾਂ again ਸਾਡੇ programs ਜੋ ਚੱਲ ਰਹੇ ਆ ਤੁਸੀਂ ਦੇਖ ਸਕਦੇ ਹੋ mentorship program taken personally by me to guide your preparation. So if you need a guide, a mentor to streamline your preparation, if you are finding it difficult to prepare for the exam, ਤੁਹਾਨੂੰ ਸਮਝ ਨਹੀਂ ਆਉਂਦਾ ਕਿ ਕੀ ਕਰਨਾ ਕੀ ਚਾਹੀਦਾ ਹੈ, how to study, how to go forward, then do join this course. This is going to help streamline your preparation. And ਉਸ ਤੋਂ ਬਾਅਦ ਅਗਰ ਤੁਸੀਂ ਆਪਣੀ ਰਿਵੀਜ਼ਨ ਕਰਨਾ ਚਾਹੁੰਦੇ ਹੋ, ਆਪਣੇ ਸਿਲੇਬਸ ਨੂੰ ਅੱਛੇ ਤਰੀਕੇ ਨਾਲ ਪ੍ਰੈਕਟਿਸ ਕਰਨਾ ਚਾਹੁੰਦੇ ਹੋ, you want to learn how to answer questions, ਇਹ ਵੀ ਬਹੁਤ important आता है, join this program, right? This prelim test series program is going to help you a lot. If you need any assistance, any help, just call us at this number or WhatsApp at this number and we'll give you the details. ठीक है जी। ਸੋ देयर आर नंबर ऑफ टॉपिक्स, ठीक है जी, क्योंकि काफी दिनों ਦੇ ਆਪਾਂ ਕਰੰਟ ਅਫੇਅਰਸ ਡਿਸਕਸ ਕਰ ਰਹੇ ਹਾਂ ਤਾਂ ਬਹੁਤ ਸਾਰੇ ਇੰਪੋਰਟੈਂਟ ਟੌਪਿਕਸ ਡਿਸਕਸ ਕਰਾਂਗੇ। ਲੈਟਸ ਜਸਟ ਗੈਟ ਡਾਇਰੈਕਟਲੀ ਇਨਟੂ ਦੀ ਡਿਸਕਸ਼ਨ। ਫਰਸਟ ਟੌਪਿਕ ਜਿਹੜਾ ਹੈ ਮੌਨਸੂਨ ਫਿਊਰੀ। ਤੁਸੀਂ ਦੇਖ ਰਹੇ ਹੋ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਾਰੀ ਜਗ੍ਹਾਵਾਂ ਤੇ ਫਲੱਡਿੰਗ ਕਾਫੀ ਹੋ ਰਹੀ ਹੈ ਬਿਕੋਜ਼ ਆਫ ਦੀ ਰੇਨਫਾਲ that has increased, unexpected rainfall mainly triggered by climate change। ठीक है, तो ਅ, ਸਿਰਫ ਕਲਾਈਮੇਟ ਚੇਂਜ ਹੀ ਨਹੀਂ ਹੈ ਕੌਜ਼। ਜਿਹੜੀ ਰੇਨਫਾਲ ਹੋ ਰਹੀ ਆ ਆਪਾਂ ਸਿਰਫ ਕਲਾਈਮੇਟ ਚੇਂਜ ਨੂੰ ਬਲੇਮ ਨਹੀਂ ਕਰ ਸਕਦੇ, ਬਟ देयर आर many anthropogenic causes also of these miseries that happen, or these floodings, or these destructions that happen as a result of excessive rainfall. One of those reasons is dam mismanagement। ਠੀਕ ਹੈ ਜੀ। ਤੁਸੀਂ ਅਗਰ ਕਾਫੀ ਦੇਰ ਤੋਂ ਪ੍ਰੈਪਰੇਸ਼ਨ ਚ ਹੋਂ ਤਾਂ ਤੁਹਾਨੂੰ ਪਤਾ ਹੋਏਗਾ 2018 ਦੇ ਅਰਾਊਂਡ ਕੇਰਲਾ ਵਿੱਚ ਵੀ ਕਾਫੀ ਭਿਆਨਕ ਫਲੱਡਸ ਆਏ ਸੀਗੇ। ਕਾਫੀ ਜ਼ਿਆਦਾ ਨੈਗੇਟਿਵ ਇੰਪੈਕਟ ਹੋਇਆ ਸੀ ਕੇਰਲਾ ਤੇ, ਐਂਡ ਉਹਦਾ ਵੀ ਮੇਜਰ ਕਾਜ਼ ਸੀਗਾ ਡੈਮ ਮਿਸਮੈਨੇਜਮੈਂਟ। ਤੇ ਇੱਥੇ ਵੀ ਆਪਾਂ ਦੇਖ ਰਹੇ ਹਾਂ that Himachal Pradesh which dam management which kuch issue उभर के आ रहा है। It is saying कि 21 of 23 hydel projects in HP, total 23 dam project चल रहे हैं, उसमें 21 are not complying with dam safety norms। ठीक है जी। डैम सेफ्टी ਦੇ ਕਾਫੀ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਡਿਫਾਈਨਡ ਹੈ। अर्ली ਵਾਰਨਿੰਗ ਹੋਣਾ ਚਾਹੀਦਾ ਹੈ, ਟਾਈਮਲੀ ਉਹਨਾਂ ਨੂੰ ਪਾਣੀ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਲਾਸਟ ਮਿੰਟ ਤੇ ਫਲੱਡਿੰਗ ਨਾ ਕਰਨੀ ਪਵੇ। ਡੀਸਿਲਟਿੰਗ ਹੋਣੀ ਚਾਹੀਦੀ ਹੈ, ਟੈਕਨੋਲੋਜੀ ਚੈੱਕਅਪਸ ਆਡਿਟਸ ਹੋਣੇ ਚਾਹੀਦੇ ਹੈ। ਇਸ ਤਰੀਕੇ ਦੇ ਬਹੁਤ ਸਾਰੇ ਡੈਮ ਸੇਫਟੀ ਨੋਰਮਸ ਹੈ ਤੇ ਪਾਇਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ 23 ਵਿੱਚੋਂ 21 ਡੈਮ ਇਹ ਰੈਗੂਲੇਸ਼ਨਸ ਜਿਹੜੇ ਆ ਫੋਲੋ ਨਹੀਂ ਕਰ ਪਾ ਰਹੇ। इसीलिए ਆਪਾਂ ਦੇਖ ਰਹੇ ਹਾਂ ਕਿ ਇੰਨਾ ਪਾਣੀ ਇੱਕੋ ਦਮ ਇੰਨਾ ਡੈਮਸ ਚੋਂ ਡਿਸਚਾਰਜ ਹੋ ਰਿਹਾ ਹੈ, ਜਿਹਦੇ ਕਰਕੇ ਲੋ ਲੇਇੰਗ ਏਰੀਆਜ਼ of Himachal, Haryana, Punjab, and many other areas are getting flooded। Okay, so ਜਦੋਂ ਵੀ flooding ਦਾ question ਆਵੇ, you can use this point of dam mismanagement। ਇਹ major cause ਹੈ ਇੰਡੀਆ ਵਿੱਚ flooding ਦਾ। ਸਿਰਫ climate change ਜਾਂ natural causes ਨਹੀਂ ਹੈ ਇੰਡੀਆ ਵਿੱਚ ਇੰਨੀ excessive flooding ਦੇ, anthropogenic causes ਬਹੁਤ ਜ਼ਿਆਦਾ high ਨੇ। One of them is dam mismanagement, right? This you can use। Then second topic करते हैं, in 15 years 61,000 hectares diverted for non-forestry, right? तो देखो पंजाब ਤੁਹਾਨੂੰ ਪਤਾ ਹੈ ਐਗਰੀਕਲਚਰ ਇੰਟੈਂਸਿਵ ਸਟੇਟ ਹੈ। ਪੰਜਾਬ ਵਿੱਚ ਵੈਸੇ ਵੀ ਫੋਰੈਸਟ ਕਵਰ ਬਹੁਤ ਲੋ ਹੈ ਅਗਰ ਤੁਸੀਂ ਦੇਖੋ, ਰਾਈਟ? ਜੇ ਇਨ ਕੰਪੈਰੀਜ਼ਨ ਟੂ ਸਟੇਟਸ ਲਾਈਕ ਨਾਰਥ ਈਸਟ ਦੀਆਂ ਸਟੇਟਸ ਦੇਖ ਲਓ ਜਾਂ ਛੱਤੀਸਗੜ੍ਹ, ਝਾਰਖੰਡ, ਇਹ ਜੀ ਤੁਸੀਂ ਸਟੇਟਸ ਦੇਖੋ ਜਿੱਥੇ ਜ਼ਿਆਦਾ ਡਿਵੈਲਪਮੈਂਟ ਨਹੀਂ ਹੈ ਉੱਥੇ ਫੋਰੈਸਟ ਕਵਰ ਵੀ ਬਹੁਤ ਜ਼ਿਆਦਾ ਹਾਈ ਹੈ। ਬਟ ਪੰਜਾਬ ਜਿਹੜਾ ਕਿ ਹਾਈਲੀ ਡਿਵੈਲਪਡ ਸਟੇਟ ਹੈ, ਵਨ ਆਫ ਦਾ ਹਾਈਐਸਟ ਡਿਵੈਲਪਡ ਸਟੇਟ ਇਨ ਦਾ ਕੰਟਰੀ, ਐਂਡ ਐਗਰੀਕਲਚਰ ਜਿਹਦੇ ਲਈ ਪੂਰਾ ਦਾ ਪੂਰਾ ਖੇਤ ਤੁਸੀਂ ਕਹਿ ਸਕਦੇ ਹੋ ਲੈਂਡ ਜਿਹੜੀ ਹੈ ਕਲੀਅਰ ਕੀਤੀ ਜਾਂਦੀ ਹੈ ਟੂ ਕ੍ਰੀਏਟ ਐਗਰੀਕਲਚਰ, ਇਸ ਲਈ ਪੰਜਾਬ ਵਿੱਚ ਫੋਰੈਸਟ ਦਾ ਕਵਰ ਬਹੁਤ ਲੋ ਹੈ। ਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਇਸ ਨਿਊਜ਼ ਦੇ ਵਿੱਚ, ਜਿਹੜਾ ਹੋਰ ਵੀ ਕੰਸਰਨਿੰਗ ਹੈ ਆਪਣੇ ਲਈ, ਕਿ ਪਿਛਲੇ 15 ਸਾਲਾਂ ਦੇ ਵਿੱਚ ਇਨ ਲਾਸਟ 15 years ਜਿੰਨਾ ਵੀ ਸਾਡਾ ਫੋਰੈਸਟ ਲੈਂਡ ਹੈ ਉਸ ਚੋਂ 61,000 ਹੈਕਟੇਅਰਸ ਜਿਹੜੇ ਹੈ they have been forest land ਜਿਹੜੀ ਹੈ ਉਹ diverted for non-forestry use। Non-forestry use can be anything, agriculture, industry, residential purposes, anything can be। but ਦੇਖੋ ਇੰਨਾ ਜ਼ਿਆਦਾ amount of forest ਜਿਹੜਾ ਹੈ ਪੰਜਾਬ ਵਿੱਚ ਕਨਵਰਟ ਕੀਤਾ ਜਾ ਰਿਹਾ ਨਾਨ ਫੋਰੈਸਟ ਚ। ਆਲਰੇਡੀ ਪੰਜਾਬ ਦਾ ਫੋਰੈਸਟ ਕਵਰ ਜਿਹੜਾ ਹੈ ਕਾਫੀ ਲੋ ਹੈ, ਐਂਡ ਨਾਓ ਹੋਰ ਡਿਕਲਾਈਨ ਪਾਇਆ ਜਾ ਰਿਹਾ ਹੈ। ਐਂਡ ਇਹ ਰਿਪੋਰਟ ਜਿਹੜੀ ਹੈ ਮਿਨਿਸਟਰੀ ਆਫ ਇਨਵਾਇਰਨਮੈਂਟ ਨੇ ਹੀ ਖੁਦ ਪ੍ਰੈਜ਼ੈਂਟ ਕੀਤੀ ਹੈ ਲੋਕ ਸਭਾ ਦੇ ਵਿੱਚ, ਰਾਈਟ? तो ये बहुत ज्यादा कंसर्निंग है। पंजाब टॉप पे है इन
कन्वर्जन ऑफ फॉरेस्ट लैंड इनटू नॉन फॉरेस्ट यूजेस। ठीक है, सो पंजाब ਲਈ ਕਾਫੀ ਕੰਸਰਨਿੰਗ ਹੈ ਬਿਕੋਜ਼ ਵੀ ਆਲ ਨੋ ਫੋਰੈਸਟ ਜਾਂ ਟਰੀਜ਼ ਜਿਹੜੇ ਆ ਬਹੁਤ ਅਸੈਂਸ਼ੀਅਲ ਰੋਲ ਪਲੇ ਕਰਦੇ ਹੈ ਆਪਣੇ ਇਕੋਸਿਸਟਮ ਵਿੱਚ, ਆਪਣੀ ਲਿਵਿੰਗ ਵਿੱਚ। ਅਗਰ ਆਪਾਂ ਇਸੇ ਤਰੀਕੇ ਨਾਲ ਫੋਰੈਸਟ ਨੂੰ ਖਤਮ ਕਰਦੇ ਗਏ then we can face number of issues। water cycle disturb होएगा, dust storms बढ़ते जाएंगे एंड सॉइल रिप्लेनिश नहीं कर पाएगी, सॉइल इरोजन बहुत ज्यादा होएगी। तो यू ऑल नो कि फॉरेस्ट अपने लिए plethora of roles they are playing। if we do not take care of the forests in a appropriate manner, the result could be increase in desertification। ठीक है, तो इसीलिए बहुत जरूरी है कि पंजाब सस्टेनेबल एग्रीकल्चर, सस्टेनेबल लिविंग दे पाथ ते जावे। यू कैन ऑल रिकमेंड दिस विद दिस डाटा। द सस्टेनेबल लिविंग, सस्टेनेबल एग्रीकल्चर शुड बी अवर वे फॉरवर्ड। ठीक है, आप एग्रो फॉरेस्ट्री ते फोकस कर सकते हैं, मिक्स्ड क्रॉपिंग, मिक्स्ड फार्मिंग जैसी प्रैक्टिसेस पे फोकस कर सकते हैं, अर्बन फॉरेस्ट्री जैसे आइडियाज ਨੂੰ ਇੰਪਲੀਮੈਂਟ ਕੀਤਾ ਜਾਵੇ, वर्टिकल फार्मिंग जैसे आइडियाज ਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਹੈ ਜਿਹਦੇ ਨਾਲ ਆਪਣਾ ਗ੍ਰੀਨ ਬੈਲੈਂਸ ਆਪਣੀ ਡਿਵੈਲਪਮੈਂਟ ਦੇ ਨਾਲ ਨਾਲ ਰਹੇ। that is the idea of sustainable development, right? So this is what you can use this। then Punjab government's decision to dissolve gram panchayats challenged in high court। तो ਇਹ ਸਟੈਟਿਕ ਦਾ ਪਾਰਟ ਹੈ, ਆਪਾਂ ਪੰਚਾਇਤਸ ਜਿਹੜੀਆਂ ਹੈ ਬਹੁਤ ਧਿਆਨ ਨਾਲ ਕਰਨੀਆਂ ਹੈ, ਪ੍ਰੀਲਿਮਸ ਤੇ ਮੇਨਸ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਰਾਈਟ। 73rd 74th ਅਮੈਂਡਮੈਂਟ ਨਾਲ ਪੰਚਾਇਤਸ ਤੇ ਮਿਊਨਿਸਪੈਲਿਟੀਜ਼ ਐਡ ਹੋਈਆਂ ਸੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ, ਰਾਈਟ। ਹੁਣ ਇਸ ਨਿਊਜ਼ ਚ ਕੀ ਕੀਤਾ ਜਾ ਰਿਹਾ, ਹੁਣ ਦੇਖੋ ਪੰਜਾਬ ਗਵਰਨਮੈਂਟ ਆਈ ਹੈ, ਨਵੀਂ ਗਵਰਨਮੈਂਟ, ਯੂ ਆਲ ਨੋ ਅਬਾਊਟ ਇਟ। ਤਾਂ ਪੰਜਾਬ ਗਵਰਨਮੈਂਟ ਨੇ ਕਿਆ ਕੀਤਾ, ਗ੍ਰਾਮ ਪੰਚਾਇਤ ਜਿਹੜੀਆਂ ਉਹਨਾਂ ਨੂੰ ਡਿਸੋਲਵ ਕਰਤਾ। ਡਿਸੋਲਵ ਕਰਨ ਦਾ ਕਿਆ ਮਤਲਬ ਹੈ, ਦੇਖੋ ਇਹ ਗ੍ਰਾਮ ਪੰਚਾਇਤ ਜਿਹੜੀਆਂ ਹੈ ਕਨਸਟੀਟਿਊਸ਼ਨ ਦੇ ਹਿਸਾਬ ਨਾਲ 5 ਸਾਲਾਂ ਦੇ ਟੈਨਿਓਰ ਲਈ ਇਲੈਕਟ ਹੁੰਦੀਆਂ ਹੈ। ਤਾਂ ਜਿਹੜੀ ਕਰੰਟ ਗ੍ਰਾਮ ਪੰਚਾਇਤ ਚੱਲ ਰਹੀ ਹੈ ਉਹਦਾ ਟੈਨਿਓਰ ਜਨਵਰੀ 2024 ਅਗਲੇ ਸਾਲ ਜਨਵਰੀ ਵਿੱਚ ਖਤਮ ਹੋਣਾ ਹੈ। ਦੈਟ ਮੀਨਸ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਇਹ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਹੋ ਜਾਣੇ ਚਾਹੀਦੇ ਆ, ਮਤਲਬ ਦਸੰਬਰ ਤੱਕ ਆਪਾਂ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟ ਕਰ ਲਈਏ। ਠੀਕ ਹੈ, ਸੋ ਪੰਜਾਬ ਗਵਰਨਮੈਂਟ ਨੂੰ ਆਈਡਲੀ ਇਹ ਇਲੈਕਸ਼ਨ ਤੱਕ ਵੇਟ ਕਰਨਾ ਚਾਹੀਦਾ ਸੀ, ਦੈਨ ਓਨਲੀ ਯੂ ਕੈਨ ਡਿਸੋਲਵ ਦੀ ਗ੍ਰਾਮ ਪੰਚਾਇਤ ਤਾਂ ਕਿ ਨਵੀਂ ਗ੍ਰਾਮ ਪੰਚਾਇਤ ਜਨਵਰੀ ਵਿੱਚ ਪਾਵਰ ਓਵਰਟੇਕ ਕਰ ਸਕਣ। ਬਟ ਪੰਜਾਬ ਗਵਰਨਮੈਂਟ ਨੇ ਹੁਣੀ ਹੀ, ਤੁਸੀਂ ਦੇਖੋ ਅਗਸਤ ਚੱਲ ਰਿਹਾ ਹੈ, ਹੁਣੀ ਹੀ ਡਿਸੋਲਵ ਕਰ ਦਿੱਤਾ ਹੈ, ਰਾਈਟ। ਸੋ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਕਿ ਅਗਰ ਗਵਰਨਮੈਂਟ ਕੋਲ ਪਾਵਰ ਹੈ ਪੰਚਾਇਤ ਨੂੰ ਡਿਸੋਲਵ ਕਰਨ ਲਈ ਤਾਂ ਇਹ ਅਬਰਪਟਲੀ ਨਹੀਂ ਯੂਜ਼ ਹੋਣੀ ਚਾਹੀਦੀ ਹੈ, ਕਨਸਟੀਟਿਊਸ਼ਨ ਦੇ ਮੀਨਸ ਵਿੱਚ ਰਹਿ ਕੇ ਹੀ ਪਾਵਰ ਯੂਜ਼ ਹੋਣੀ ਚਾਹੀਦੀ ਹੈ। ठीक है, सो इसीलिए इस टॉपिक तो पंचायत के टॉपिक्स अपने बहुत इंपॉर्टेंट बन जाते हैं। पंचायत के टॉपिक्स से क्वेश्चन आना लाजमी है कि इन्हों की टेन्योर कितनी होंगी है, किहड़े आर्टिकल विच ये मैंशनड है, ईवन पंजाब पंचायती राज एक्ट विच भी ये मैंशनड है, राइट। सो आई वुड रिकमेंड यू ऑल टू रीड द बेसिक्स ऑफ पंचायत्स एंड म्यूनिसिपैलिटीज इन वेरी मच डिटेल कि किन्ने लैवल्स होंगे है पंचायत के, मैंबरस किवें इलैक्ट होंगे ने, चेयरमैन किवें इलैक्ट होंदा है, रिजर्वेशन की प्रोविजनस क्या है, इन्हां दा टेन्योर क्या है, किस कंडीशन विच इन्हां नूं डिसोल्व किया जा सकता है, अगर डिसोल्व किया है तो कितनी देर विच री इलैक्शन होना चाहिए है, री इलैक्टेड गवर्नमेंट कितने टाइम लई रहिंदी है। ऑल ऑफ दीज यू विल फाइंड इन योर बेसिक बुक दैट इज लक्ष्मीकांत। तो उसको प्लीज कवर करो, काफी क्वेश्चंस इस पॉसिबिलिटी हाई है नाउ दैट इट इज इन न्यूज ऑल्सो। ठीक है जी, दैट इज अबाउट दिस। नेक्स्ट अगेन डेटा पॉइंट आया है, एसबीआई ने नवी रिपोर्ट प्रेजेंट की है ऑन नंबर ऑफ टैक्स पेयर्स इन इंडिया। तो इस रिपोर्ट के अकॉर्डिंग टैक्स पेयर्स जिहड़े है काफ़ी ज़्यादा वध रहे हैं इंडिया विच। दैट रिफ्लैक्ट्स मैनी थिंग्स। फर्स्ट ये है कि इनकम जिहड़ी है, एवरेज इनकम जिहड़ी है, अर्निंग जिहड़ी है इंडियंस की वो वध रही है। ठीक है, सैकेंड इंप्लीकेशन इहदा है कि असी लो इनकम कंट्री तो मिडल इनकम कंट्री विच पहुंच रहे हैं। ठीक है, जिवें जिवें साडी इनकम वध रही है तरीके नाल साडी कंट्री दी भी ओवरऑल प्रोजेक्शन चेंज होएगा। तो लो इनकम तो असी एज अ कंट्री मिडल इनकम वाल भी मूव करांगे एंड ओवरऑल मिडल क्लास जिहड़ी है काफ़ी ज़्यादा बूम कर रही है इहदे करके। ठीक है, मिडल क्लास इज द वन दैट इज पेइंग मोस्ट ऑफ द टैक्सेशन। सो ये रिपोर्ट ये भी रिफ्लैक्ट करती है कि इंडिया विच मिडल क्लास जिहड़ी है वो काफ़ी बूम हो रही है। ठीक है, so ये data and these implications of this data you can use in your answers wherever possible। तो देख लेने हैं कि डाटा क्या कह रहा है। ए राइजिंग मिडिल क्लास विल पावर इंडियाज इकोनॉमिक ट्रांजिशन इनटू इनकम टैक्स रिटर्न फाइलर्स प्रोजेक्टेड टू इंक्रीज 7-fold।
तो SBI रिपोर्ट क्या कह रही है कि 2023 तो लैके 2047 तक, ठीक है, अगले ਤੁਸੀਂ ਕਹਿ ਸਕਦੇ ਹੋ 24 ਸਾਲਾਂ ਦੇ ਵਿੱਚ 7-fold increase ਜਿਹੜਾ ਹੈ ਆਪਾਂ ਦੇਖਾਂਗੇ in the number of income tax filers, right? तो SBI ਨੇ ਇਹ ਡਾਟਾ ਦਿੱਤਾ ਹੈ ਜਿਹੜਾ ਕਹਿ ਰਹੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਹੈ even 1/4 of the people that are currently in the lower income strata, they will jump to the 5 lakh income annual income strata, which is considered as middle income range। ਠੀਕ ਹੈ, ਹਜੇ ਤੁਸੀਂ ਦੇਖੋ ਇੰਡੀਆ ਵਿੱਚ ਬਹੁਤ ਘੱਟ ਲੋਕ ਹੈ ਜਿਹੜੇ 10,000 ਰੁਪਏ ਤੋਂ ਜ਼ਿਆਦਾ ਡੇਲੀ ਮੰਥਲੀ ਕਮਾਉਂਦੇ ਨੇ। ਠੀਕ ਹੈ, ਓਵਰਆਲ ਤੁਸੀਂ ਸਾਲ ਦਾ ਪੈਕੇਜ ਦੇਖ ਲਓ ਉਹਨਾਂ ਦਾ 1.5-2 ਲੱਖ ਤੋਂ ਬਹੁਤ ਘੱਟ ਹੁੰਦਾ ਹੈ ਐਂਡ ਇਹ ਪੋਪੂਲੇਸ਼ਨ ਬਹੁਤ ਜ਼ਿਆਦਾ ਲਾਰਜ ਹੈ ਇੰਡੀਆ ਵਿੱਚ। 60-70 ਤੋਂ ਵੀ ਜ਼ਿਆਦਾ ਪਰਸੈਂਟ ਜਿਹੜੀ ਹੈ ਉਹਨਾਂ ਦੀ ਸਿਚੁਏਸ਼ਨ ਇਹ ਹੈ, ਰਾਈਟ। ਦੈਟ ਇਜ਼ ਵਾਟ ਦਿਸ ਰਿਪੋਰਟ ਇਜ਼ ਇੰਪਲਾਈਂਗ ਕਿ ਹੁਣ ਬਹੁਤ ਸਾਰੇ ਲੋਕਾਂ ਦੀ ਇਨਕਮ ਵੱਧ ਰਹੀ ਹੈ ਜਿਵੇਂ ਕੰਟਰੀ ਗਰੋ ਕਰ ਰਹੀ ਹੈ, ਬੈਟਰ ਪੇਇੰਗ ਜੌਬਸ ਕ੍ਰੀਏਟ ਹੋ ਰਹੀਆਂ ਨੇ ਜਿਹਦੇ ਕਰਕੇ ਓਵਰਆਲ ਪੈਕੇजेस ਵੀ ਲੋਕਾਂ ਦੇ ਵੱਧ ਰਹੇ ਨੇ, ਰਾਈਟ। ਸੋ ਇਸੇ ਲਈ ਮਿਡਲ ਇਨਕਮ ਕੰਟਰੀ ਬਣੇਗਾ ਇੰਡੀਆ ਵੀ, ਰਾਈਟ। ਐਂਡ this is how people are also going to benefit, their income ਵਧਣਗੀਆਂ, their economic transition ਹੋਏਗੀ ਇੰਡੀਆ ਦੀ from low income to middle income country and middle class is expanding and pushing this transition। ठीक है जी, बहुत इंपॉर्टेंट ऑब्जर्वेशन है, we can use this in answers, तो लिख के रखो it can। then a bill that provides for trials in emo। ਤਾਂ ਦੇਖੋ ਤੁਸੀਂ ਰੀਸੈਂਟਲੀ ਨਿਊਜ਼ ਵਿੱਚ ਪੜਿਆ ਹੋਏਗਾ ਗਵਰਨਮੈਂਟ ਜਿਹੜੀ ਹੈ 3 ਨਵੇਂ ਲਾਜ਼ ਪ੍ਰੈਜ਼ੈਂਟ ਕੀਤੇ ਹੈ ਬੇਸਿਕਲੀ ਟੂ ਚੇਂਜ ਟੂ ਰਿਪਲੇਸ ਬ੍ਰਿਟਿਸ਼ ਏਰਾ IPC ਇੰਡੀਅਨ ਪੀਨਲ ਕੋਡ, ਕ੍ਰਿਮੀਨਲ ਪ੍ਰੋਸੀਜਰ ਕੋਡ ਐਂਡ ਐਵੀਡੈਂਸ ਐਕਟ, ਰਾਈਟ। ਇਹ ਇੰਪੋਰਟੈਂਟ ਹੈ, ਜਿੰਨੇ ਵੀ ਲੀਗਲ ਚੇਂजेस ਆਉਂਦੇ ਆ GS2 ਚ ਪੁੱਛੇ ਜਾ ਸਕਦੇ ਹੈ। तो ਗਵਰਨਮੈਂਟ क्या ਕਰ ਰਹੀ ਹੈ ਕਿ ਇਹਨਾਂ ਨੂੰ ਰਿਪਲੇਸ ਕਰਕੇ ਇੰਡੀਅਨ ਐਕਟਸ ਜਿਹੜੀਆਂ ਹੈ ਪ੍ਰੋਡਿਊਸ ਕਰ ਰਹੀ ਹੈ ਤੇ ਇੰਡੀਅਨ ਸਿਚੁਏਸ਼ਨਸ ਨਾਲ ਜੋ ਰੈਲੇਵੈਂਟ ਹੋ ਇਹ ਜਿਹੇ ਚੇਂजेस ਇਹਨਾਂ ਵਿੱਚ ਲਿਆਏ ਜਾ ਰਹੇ ਨੇ। Yeah, one of this bill is भारतीय नागरिक सुरक्षा संहिता बिल। भारतीय नागरिक सुरक्षा संहिता बिल ਜਿਹੜਾ ਕਿ CRPC ਨੂੰ ਰਿਪਲੇਸ ਕਰਕੇ ਬਣੇਗਾ, ਰਾਈਟ। तो ਇਸ ਚ ਕਵੀ ਵੈਸੇ ਤਾਂ ਮੋਸਟਲੀ ਜਿਹੜੇ ਪ੍ਰੋਵੀਜ਼ਨਸ ਹੈ ਕ੍ਰਿਮੀਨਲ ਪ੍ਰੋਸੀਜਰ ਦੇ ਉਹ ਰੱਖੇ ਜਾਣਗੇ ਜਿਹੜੇ ਵੀ ਇੰਪੋਰਟੈਂਟ ਹੈ, ਅਰੈਸਟ, ਪ੍ਰੋਸੀਕਿਊਸ਼ਨ, ਬੇਲ ਵਗੈਰਾ ਨਾਲ ਰਿਲੇਟਡ ਜਿਹੜੀ ਇੰਪੋਰਟੈਂਟ ਪ੍ਰੋਵੀਜ਼ਨਸ ਹੈ ਉਹਨਾਂ ਨੂੰ ਤਾਂ ਰੱਖਿਆ ਜਾਏਗਾ। ਬਟ ਇਹ ਜੀ ਪ੍ਰੋਵੀਜ਼ਨਸ ਜਿਹੜੀਆਂ ਬ੍ਰਿਟਿਸ਼ ਏਰਾ ਨੇ ਰਿਸਟ੍ਰਿਕਟ ਕਨਸਟ੍ਰਿਕਟ ਕਰਨ ਲਈ ਲਗਾਈਆਂ ਸੀ ਜਾਂ ਬਹੁਤ ਹੀ ਜ਼ਿਆਦਾ ਨਾਰਮਲ ਅਫੈਂਸਿਸ ਨੂੰ ਕ੍ਰਿਮੀਨਲਾਈਜ਼ ਕੀਤਾ ਹੋਇਆ ਸੀ, ਇਸ ਤਰੀਕੇ ਦੇ ਚੇਂजेस ਆਣਗੇ। ਐਂਡ ਅਲੋਂਗ ਵਿਦ ਦੈਟ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ, ਇਲੈਕਟ੍ਰੋਨਿਕ ਮੋਡ ਵਿੱਚ ਕ੍ਰਿਮੀਨਲਸ ਨਾਲ ਵੀਡੀਓ ਕਾਨਫਰੈਂਸਿੰਗ ਦੇ ਥਰੂ ਜਜਮੈਂਟਸ ਪਾਸ ਕਰਨਾ, ਫੋਰੈਂਸਿਕ ਇਨਵੈਸਟੀਗੇਸ਼ਨ ਨੂੰ ਪੁਸ਼ ਕਰਨਾ, ਇਹ ਵੀ ਇਹਦਾ ਨਵਾਂ ਇੰਫੋਸਿਸ ਰਹੇਗਾ, ਰਾਈਟ। ਇਹ ਬਹੁਤ ਜ਼ਰੂਰੀ ਹੈ। ਕ੍ਰਿਮੀਨਲ ਜਸਟਿਸ ਸਿਸਟਮ ਜਿਹੜਾ ਇੰਡੀਆ ਦਾ ਹੈ ਉਹ ਕਾਫੀ ਜ਼ਿਆਦਾ ਪ੍ਰੋਬਲਮਸ ਜਿਹੜਾ ਹੈ ਫੇਸ ਕਰਦਾ ਹੈ। ਪੁਲਿਸ ਹੋਵੇ, ਜੁਡੀਸ਼ਰੀ ਹੋਵੇ, ਇਨਵੈਸਟੀਗੇਸ਼ਨ ਜ਼ੋਨ ਕਾਫੀ ਇੰਪੈਕਟਡ ਰਹਿੰਦੀਆਂ ਹੈ। ਤੁਸੀਂ ਡੈਲੀ ਕ੍ਰਾਈਮ ਸੀਰੀਜ਼ ਦੇਖੋ, ਯੂ ਵਿਲ ਗੈਟ ਟੂ ਨੋ ਉਸ ਚ ਦਿਖਾ ਰਹੇ ਨੇ ਉਹ ਕਿ ਉਹ 2013 ਵਿੱਚ ਉਹ ਕ੍ਰਾਈਮ ਹੋਇਆ ਸੀ ਆਈ ਗੈਸ। ਐਂਡ ਉਸ ਟਾਈਮ ਫਸਟ ਟਾਈਮ ਪੁਲਿਸ ਦੀ ਕੋਈ ਫੋਰੈਂਸਿਕਸ ਟੀਮ, ਦਿੱਲੀ ਪੁਲਿਸ ਦੀ ਫੋਰੈਂਸਿਕ ਟੀਮ ਗਰਾਊਂਡ ਤੇ ਗਈ ਹੋਣੀ। You see, years of progress we are showing, one of the most developed country we are showing India as, and but ਤਾਂ ਤੁਸੀਂ ਦੇਖੋ ਕਿ ਫੋਰੈਂਸਿਕ ਇਨਵੈਸਟੀਗੇਸ਼ਨ ਹਜੇ ਵੀ ਇੰਨੀ ਲੈਗਿੰਗ ਹੈ। ਸੋ ਇਸ 'ਚ ਲੀਗਲ ਪ੍ਰੋਵੀਜ਼ਨਸ ਬਣਾਏ ਜਾਣਗੇ ਇਸ ਲਾਅ ਵਿੱਚ ਟੂ ਪੁਸ਼ ਫੋਰੈਂਸਿਕ ਇਨਵੈਸਟੀਗੇਸ਼ਨ ਐਂਡ ਆਲਸੋ ਪਾਸਿੰਗ ਜਜਮੈਂਟਸ ਇਨ ਇਲੈਕਟ੍ਰੋਨਿਕ ਮੋਡ ਔਰ ਥਰੂ ਵੀਡੀਓ ਕਾਨਫਰੰਸ, ਰਾਈਟ। ਇਹਦੇ ਨਾਲ ਜਿਹੜੀ ਇਨਵੈਸਟੀਗੇਸ਼ਨਸ ਹੈ ਉਹ ਟਾਈਮ ਬਾਉਂਡ ਮੈਨਰ ਨਾਲ ਕੰਪਲੀਟ ਹੋ ਪਾਉਣਗੀਆਂ, ਜ਼ਿਆਦਾ ਫੁੱਲ ਪ੍ਰੂਫ ਹੋਣਗੀਆਂ, ਜਿਹਦੇ ਨਾਲ ਡਿਲੇਸ ਵੀ ਘਟਣਗੇ ਜੁਡੀਸ਼ਰੀ ਦੇ ਵਿੱਚ। ਠੀਕ ਹੈ, ਸੋ ਇੰਪੋਰਟੈਂਟ ਡਿਵੈਲਪਮੈਂਟ ਹੈ। ਇਹਨਾਂ ਬਿਲਸ ਨੂੰ ਟਰੈਕ ਕਰਦੇ ਰਹੋ, ਇਹਨਾਂ ਦੇ ਐਨਾਲਿਸਿਸ ਜਿਹੜਾ ਹੈ ਕਾਫੀ ਆ ਸਕਦਾ ਹੈ ਕਿ ਇਹਨਾਂ ਦੀ ਜ਼ਰੂਰਤ ਕਿਆ ਹੈ, ਇਹਨਾਂ ਦਾ ਸਿਗਨੀਫਿਕੈਂਸ ਕਿਆ ਹੈ। ਸੋ ਫਰਸਟ ਸਿਗਨੀਫਿਕੈਂਸ ਇਜ਼ ਦਿਸ ਓਨਲੀ ਕਿ ਅਸੀਂ ਬ੍ਰਿਟਿਸ਼ ਆਪਦੀ ਬ੍ਰਿਟਿਸ਼ ਅੰਪਾਇਰ ਇੰਪੀਰੀਅਲ ਰੂਲ ਦੇ ਨਾਲ ਜਿਹੜੇ ਨੈਗੇਟਿਵ ਲਿੰਕਸ ਨੇ ਉਹਨਾਂ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਰੀ ਚੀਜ਼ਾਂ ਨੂੰ ਇੰਡੀਅਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ हैं थ्रू मेकिंग these laws that are actually meeting the needs of Indians। ठीक है जी। सेकंड यही है कि डीक्रिमिनलाइजेशन बहुत सारे नॉर्मल ऑफेंसेस ਦੀ ਕੀਤੀ ਗਈ ਹੈ थ्रू दिस laws, through these laws also and through other laws also। and third क्या है कि क्रिमिनल जस्टिस सिस्टम ਨੂੰ ਸਟ੍ਰੀਮਲਾਈਨ ਕੀਤਾ ਜਾ ਰਿਹਾ ਹੈ, ਫੋਰੈਂਸਿਕ ਇਨਵੈਸਟੀਗੇਸ਼ਨ ਨੂੰ
बढ़ाया जाएगा इलैक्ट्रॉनिक मोड विच जजमेंट डिलीवरी ਨੂੰ ਪੁਸ਼ ਕੀਤਾ ਜਾਏਗਾ ਜਿਹੜਾ ਕਿ ਆਪਣਾ ਓਵਰਆਲ ਲੀਗਲ ਸਿਸਟਮ ਨੂੰ ਕ੍ਰਿਮੀਨਲ ਜਸਟਿਸ ਨੂੰ ਸਪੀਡਨ ਅਪ ਕਰੇਗਾ ਰਾਈਟ ਸੋ ਦਿਸ ਯੂ ਕੈਨ ਯੂਜ਼ ਦੈਨ ਬਹੁਤ ਹੀ ਇੰਪੋਰਟੈਂਟ ਸਕੀਮ ਪੀਐਮ ਵਿਸ਼ਵਕਰਮਾ ਸਕੀਮ ਜਿਹੜੀ ਹੈ ਗਵਰਨਮੈਂਟ ਨੇ ਲਾਂਚ ਕੀਤੀ ਹੈ ਬਹੁਤ ਹੀ ਇੰਪੋਰਟੈਂਟ ਹੈ ਸਾਡੇ ਲਈ ਇਸ ਤੇ ਡਾਇਰੈਕਟ ਕੁਐਸਚਨਸ ਵੀ ਆ ਸਕਦੇ ਹਨ ਯੂ ਕੈਨ ਯੂਜ਼ ਦਿਸ ਇਨ ਆਨਸਰਸ ਆਲਸੋ ਠੀਕ ਹੈ ਜੀ ਤਾਂ ਇਹ ਸੈਂਟਰਲ ਸੈਕਟਰ ਸਕੀਮ ਹੈ ਸੈਂਟਰ ਵਿਲ ਬੀ ਫੰਡਿੰਗ ਦ ਸਕੀਮ ਰਾਈਟ ਇਹਦੇ ਏਮਸ ਕਿਆ ਹੈ ਕਿਉਂ ਇਹ ਸਕੀਮ ਲਾਂਚ ਕੀਤੀ ਗਈ ਹੈ ਬੇਸਿਕਲੀ ਕ੍ਰਾਫਟਸ ਪਰਸਨ ਲਈ ਬਣੀ ਹੈ ਇੰਡੀਆ ਵਿੱਚ ਬਹੁਤ ਸਾਰੇ ਕ੍ਰਾਫਟਸ ਪਰਸਨ ਹੈ ਸਪੈਸ਼ਲੀ ਬਹੁਤ ਹਾਰਡ ਵਰਕਿੰਗ ਬਹੁਤ ਹੀ ਇਨੋਵੇਟਿਵ ਹੈ ਜੇ ਲੋਕ ਨੇ ਜਿਹੜੇ ਕਿ ਬਹੁਤ ਅੱਛੀ ਚੀਜ਼ ਆਪਣੇ ਲਈ ਕ੍ਰੀਏਟ ਕਰਦੇ ਨੇ bags shoes embroidery and a number of way they are innovating and providing us their innovations ਤਾਂ ਇਹਨਾਂ ਨੂੰ ਮਦਦ ਕਰਨ ਲਈ ਇਹਨਾਂ ਦੇ ਸਰਵਾਈਵਲ ਲਈ ਇਹਨਾਂ ਨੂੰ ਅੱਗੇ ਵਧਾਉਣ ਲਈ ਇਹ ਸਕੀਮ ਲਾਂਚ ਕੀਤੀ ਗਈ ਹੈ ਤਾਂ ਇਸ 'ਚ ਕਿਆ ਕਿਆ ਕੀਤਾ ਜਾਏਗਾ ਇਹਨਾਂ ਦੀ ਸਕਿਲਿੰਗ ਅਪਸਕਿਲਿੰਗ ਕਰਨ ਲਈ ਲੇਟੈਸਟ ਟੈਕਨੋਲੋਜੀ ਦੇ ਨਾਲ ਇਹਨਾਂ ਨੂੰ ਇਕੁਇਪ ਕਰਨ ਲਈ ਲੇਟੈਸਟ ਸਕਿੱਲਸ ਨਾਲ ਅਪਡੇਟ ਕਰਨ ਲਈ ਇਹਨਾਂ ਨੂੰ ਸਕਿਲਿੰਗ ਮਿਸ਼ਨ ਚਲਾਇਆ ਜਾਏਗਾ ਅੰਡਰ ਦਿਸ ਸਕੀਮ ਠੀਕ ਹੈ ਜੀ ਇਹਨਾਂ ਨੂੰ ਗਲੋਬਲ ਤੇ ਡੋਮੈਸਟਿਕ ਮਾਰਕੀਟਸ ਨਾਲ ਲਿੰਕ ਕੀਤਾ ਜਾਏਗਾ ਤਾਂ ਕਿ ਜਿਹੜੇ ਪ੍ਰੋਡਕਟਸ ਪ੍ਰੋਡਿਊਸ ਕਰ ਰਹੇ ਨੇ ਉਹ ਪੂਰੀ ਮਾਰਕੀਟ ਤੱਕ ਪਹੁੰਚ ਵੀ ਪਾਣ ਇਹ ਨਹੀਂ ਕਿ ਇਹ ਥੋੜੇ ਬਹੁਤ ਪ੍ਰੋਡਕਟਸ ਬਣਾਉਂਦੇ ਨੇ ਐਂਡ ਦੈਨ ਦੇ ਆਰ ਨਾਟ ਏਬਲ ਟੂ ਰੀਚ ਦੀ ਮਾਰਕੀਟ ਬਹੁਤ ਜ਼ਰੂਰੀ ਹੈ ਸੋ ਦੈਟ ਜਿੰਨੇ ਵੀ ਇਹ ਪ੍ਰੋਡਕਟਸ ਬਣਾ ਰਹੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿੱਚ ਵੇਚੇ ਜਾ ਸਕਣ ਐਂਡ ਇਹਨਾਂ ਦਾ ਪ੍ਰੋਫਿਟ ਇਹਨਾਂ ਦੀ ਇਨਕਮ ਬਹੁਤ ਜ਼ਿਆਦਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਵੀ ਇਨਸ਼ੋਰ ਕੀਤਾ ਜਾਏਗਾ ਇਹਨਾਂ ਦੇ ਪ੍ਰੋਡਕਟਸ 'ਚ ਕੁਆਲਿਟੀ ਆਵੇ ਠੀਕ ਹੈ ਇਹਨਾਂ ਦੇ ਸਕੇਲ ਜਿਹੜਾ ਹੈ ਵਧੇ ਵਧਾਉਣ ਦਾ ਰੀਚ ਵਧੇ ਰਾਈਟ ਉਸ ਤੋਂ ਬਾਅਦ ਇਹਨਾਂ ਨੂੰ ਛੋਟੀ ਛੋਟੀ ਐਮਐਸਐਮਈਜ਼ ਨਾਲ ਕਨੈਕਟ ਕੀਤਾ ਜਾਏਗਾ ਤਾਂ ਕਿ ਇਹਨਾਂ ਦੇ ਪ੍ਰੋਡਕਟਸ ਨੂੰ ਉਹੀ ਸਕੇਲ ਤੇ ਰੀਚ ਵਧਾਈ ਜਾ ਸਕੇ ਇੱਕ ਅਗਰ ਕ੍ਰਾਫਟਮੈਨ ਇੱਕ ਲੈਟਸ ਸੇ ਇੱਕ ਨਵਾਂ ਡਿਜ਼ਾਈਨ ਕ੍ਰੀਏਟ ਕਰਦਾ ਹੈ ਇਫ ਵੀ ਲਿੰਕ ਇਟ ਟੂ ਸਮ ਐਮਐਸਐਮਈ ਸਮ ਇੰਡਸਟਰੀ ਐਮਐਸਐਮਈ ਦਾ ਵੀ ਫਾਇਦਾ ਹੋਏਗਾ ਐਂਡ ਇਸ ਕ੍ਰਾਫਟ ਪਰਸਨ ਦੀ ਉਸ ਕ੍ਰੀਏਸ਼ਨ ਨੂੰ ਆਪਾਂ ਲਾਰਜ ਸਕੇਲ ਤੇ ਬਣਾ ਕੇ ਵੇਚ ਸਕਾਂਗੇ ਰਾਈਟ ਸੋ ਓਵਰਆਲ ਇਕਨੋਮਿਕ ਬੈਨੀਫਿਟਸ ਹੋਣਗੇ ਕਾਫੀ ਸੈਕਸ਼ਨਸ ਆਫ ਦ ਸੋਸਾਇਟੀ ਨੂੰ ठीक है जी तो इस स्कीम के अंदर 30 लाख तो ज्यादा आर्टिसंस का क्राफ्ट्स पर्सनस का फायदा होने वाला है टोटल एलोकेशन इस स्कीम ਲਈ 13,000 crore है which is a very big amount if implemented well this scheme can transform the life of the artisans ठीक है और प्रोविजंस क्या है वन आर्टिजन पर फैमिली ਨੂੰ ਕਾਫੀ ਸਾਰੇ ਬੈਨੀਫਿਟਸ ਮਿਲਣਗੇ ਠੀਕ ਹੈ ਇੱਕ ਫੈਮਿਲੀ ਵਿੱਚ ਇੱਕ ਆਰਟਿਸਨ ਨੂੰ ਹੀ ਦਿਆ ਜਾਏਗਾ ਮਲਟੀਪਲ ਨੂੰ ਨਹੀਂ ਕਿਉਂਕਿ ਉਹ ਆਰਟਿਸਨ ਸਿੱਖ ਕੇ ਆਪਦੀ ਫੈਮਿਲੀ ਮੈਂਬਰਸ ਨੂੰ ਵੀ ਸਿਖਾ ਸਕਦਾ ਹੈ ਦੈਟ ਇਜ਼ ਦੀ ਲੌਜਿਕ ਠੀਕ ਹੈ ਸੋ ਰੁਪੀਜ਼ 2 ਲੱਖ ਤੱਕ ਦਾ ਇਹਨਾਂ ਨੂੰ ਕ੍ਰੈਡਿਟ ਜਾਂ ਲੋਨ ਦਿੱਤਾ ਜਾਏਗਾ ਐਟ 5% ਰੇਟ ਇੰਟਰਸਟ ਰੇਟ ਤੇ ਤਾਂ ਕਿ ਇਹ ਅਗਰ ਆਪਣਾ ਵੈਂਚਰ ਖੋਲਣਾ ਚਾਹੁੰਦੇ ਹੈ ਆਪਦਾ ਛੋਟਾ ਜਿਹਾ whatever they want the money for they can use that ਠੀਕ ਹੈ ਐਂਡ ਦੈਨ ਇਹਨਾਂ ਦੀ ਜਦੋਂ ਟ੍ਰੇਨਿੰਗ ਹੋਏਗੀ 500 ਰੁਪਇਆ ਸਟਾਈਪੈਂਡ ਪਰ ਡੇ ਦਿੱਤਾ ਜਾਏਗਾ ਡਿਊਰਿੰਗ देयर ट्रेनिंग ठीक है तो मतलब ट्रेनिंग भी होएगी तो ਇਹਨਾਂ ਦਾ ਇਨਕਮ ਨਹੀਂ ਘਟੇਗੀ ਤਾਂ ਕਿ ਟ੍ਰੇਨਿੰਗ ਲਈ ਇਹ ਮੋਟੀਵੇਟਡ ਰਹਿਣ ਰਾਈਟ ਉਸ ਤੋਂ ਬਾਅਦ 15,000 ਰੁਪਇਆ ਵਨ ਟਾਈਮ ਗ੍ਰਾਂਟ ਦਿੱਤੀ ਜਾਏਗੀ ਕਿ ਇਹ ਆਪਦੇ ਪ੍ਰੋਡਕਟਸ ਖਰੀਦ ਸਕਣ ਸਿਲਾਈ ਮਸ਼ੀਨ ਲੈਣੀ ਹੈ ਥ੍ਰੈਡਸ ਲੈਣੇ ਹੈ anything sewing equipments whatever they need for their work they can buy with this one time grant right so मतलब क्या है टोटल आर्टिशन ਨੂੰ ਇੰਪਾਵਰ ਕੀਤਾ ਜਾ ਰਿਹਾ ਹੈ ਉਹਨੂੰ ਸਕਿੱਲ ਵੀ ਦਿੱਤੀ ਜਾਏਗੀ ਉਹਨੂੰ ਪੈਸਾ ਵੀ ਦਿੱਤਾ ਜਾਏਗਾ ਉਹਨੂੰ ਟੈਕਨੋਲੋਜੀ ਵੀ ਦਿੱਤੀ ਜਾਏਗੀ ਕਿ ਉਹਦੇ ਕੰਮ ਕਰਨ ਵਿੱਚ ਉਹਦੇ ਅੱਗੇ ਵਧਣ ਵਿੱਚ ਕੋਈ ਵੀ ਚੈਲੰਜ ਨਾ ਆਏ ਠੀਕ ਹੈ ਸਕੀਮ ਬਹੁਤ ਵਧੀਆ ਹੈ the real challenge lies at implementation if government is able to ensure good implementation of this scheme then definitely artisan and India itself is going to grow right but वही है कि हर जगह implementation ਤੇ ਇਸ਼ੂ ਆਉਂਦੇ ਹੈ ਨੈਕਸਟ ਨਿਊਜ਼ ਵਿੱਚ ਤੁਸੀਂ ਇਹ ਚੀਜ਼ ਹੋਰ ਸਮਝੋਗੇ ਜਿਹੜਾ ਮੈਂ ਨੈਕਸਟ ਡਿਸਕਸ਼ਨ ਕਰਨ ਵਾਲੀ ਹੈ ਰਾਈਟ ਸੋ ਇਸ ਸਕੀਮ ਵਿੱਚ ਕਾਫੀ ਕੈਟਾਗਰੀਜ਼ ਦੇ ਕ੍ਰਾਫਟ ਪਰਸਨਸ ਨੂੰ ਸਪੋਰਟ ਕੀਤਾ ਜਾਏਗਾ ਫਿਰ ਉਹਨਾਂ ਦੇ ਪ੍ਰੋਡਕਟਸ ਨੂੰ ਰੇਲਵੇਜ਼ ਤੇ ਸੇਲ ਕੀਤਾ ਜਾਏਗਾ ਜਾਂ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸੈਗਮੈਂਟ ਦੇ ਅੰਡਰ ਵੀ ਸੇਲ ਕੀਤਾ ਜਾਏਗਾ right to learn these factual details and significance of this scheme it is highly important right now ਇਹ ਬਹੁਤ ਇੰਪੋਰਟੈਂਟ ਹੈ ਕੈਗ ਆਡਿਟ ਰਿਪੋਰਟ ਕੈਗ ਜਿਨ੍ਹਾਂ ਨੂੰ ਕੈਗ ਬਾਰੇ ਨਹੀਂ ਪਤਾ ਆਈ ਊਡ ਟੈਲ ਯੂ ਟੂ ਰੀਡ ਕੈਗ ਇਨ ਯੋਰ ਕੁਆਲਿਟੀ ਲక్ష్ਮੀਕਾਂਤ ਬਹੁਤ ਹੀ ਇੰਪੋਰਟੈਂਟ ਇੰਸਟੀਟਿਊਸ਼ਨ ਹੈ ਸਪੈਸ਼ਲੀ ਕਰਪਸ਼ਨ ਨੂੰ ਮੋਨੀਟਰ ਕਰਨ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਵਾਚਡੌਗ ਹੈ ਤੇ ਅੱਜ ਵੀ ਇਹਨਾਂ ਨੇ ਆਪਦਾ ਇਹ ਰੋਲ ਇਸ ਰਿਪੋਰਟ ਦੇ ਥਰੂ ਸਾਹਮਣੇ ਲਾਇਆ ਹੈ ਠੀਕ ਹੈ ਵੇਰੀਅਸ ਗਵਰਨਮੈਂਟ ਸਕੀਮਸ ਡਿਪਾਰਟਮੈਂਟਸ ਨੂੰ ਆਡਿਟ ਕਰਦੇ ਰਹਿੰਦੇ ਹੈ ਕਿ ਉਹ ਸਕੀਮਸ ਡਿਪਾਰਟਮੈਂਟ ਜਿਹੜੇ ਸਹੀ ਤਰੀਕੇ ਨਾਲ ਚੱਲ ਰਹੇ ਹੈ ਲੋਕਾਂ ਦਾ ਪੈਸਾ ਸਹੀ ਤਰੀਕੇ ਨਾਲ ਇੰਪਲੀਮੈਂਟ ਹੋ ਰਿਹਾ ਹੈ ਕਿ ਨਹੀਂ ਠੀਕ ਹੈ ਸੋ ਇਸ ਤਰੀਕੇ ਨਾਲ ਹੀ ਇਹਨਾਂ ਨੇ ਲੇਟੈਸਟ ਆਯੁਸ਼ਮਾਨ ਭਾਰਤ ਸਕੀਮ
ਦਾ ਪਰਫਾਰਮੈਂਸ ਆਡਿਟ ਕੀਤਾ ਹੈ। ਸਭ ਨੂੰ ਪਤਾ ਹੋਏਗਾ ਪਰ ਆਯੁਸ਼ਮਾਨ ਭਾਰਤ ਜਿਹੜੀ ਹੈ ਹੈਲਥ ਇੰਸ਼ੋਰੈਂਸ ਸਕੀਮ ਹੈ, ਗਵਰਨਮੈਂਟ ਹੈਲਥ ਇੰਸ਼ੋਰੈਂਸ ਸਕੀਮ ਹੈ। ਯੂ ਕੈਨ ਸੇ ਲੋਅਰ ਸਟਾਟਸ ਆਫ ਦ ਸੋਸਾਇਟੀ ਲਈ ਇਹ ਬਣਾਈ ਗਈ ਹੈ ਗਵਰਨਮੈਂਟ ਦੇ ਦੁਆਰਾ। 2018 ਵਿੱਚ ਇਹ ਲਾਂਚ ਕੀਤੀ ਗਈ ਸੀ ਤਾਂ ਕਿ ਪੂਅਰ ਐਂਡ ਵਲਨਰੇਬਲ ਸੈਕਸ਼ਨਸ ਨੂੰ ਜਦੋਂ ਕੋਈ ਹੈਲਥ ਪ੍ਰੋਬਲਮ ਆਵੇ ਤਾਂ ਇਹ ਨਹੀਂ ਹੈ ਕਿ ਉਹਨਾਂ ਦੀ ਬੈਕ ਹੀ ਟੁੱਟ ਜਾਏ ਪੈਸੇ ਭਰਦੇ ਭਰਦੇ, ਰਾਦਰ ਉਹਨਾਂ ਕੋਲ ਹੈਲਥ ਇੰਸ਼ੋਰੈਂਸ ਹੋਏਗਾ ਜਿਹਦੇ ਥਰੂ ਉਹ ਅੱਛਾ ਇਲਾਜ ਕਰਾ ਸਕਦੇ ਆ। 5-5 ਲੱਖ ਦਾ ਆਲਮੋਸਟ ਇਸ 'ਚ ਹੈਲਥ ਇੰਸ਼ੋਰੈਂਸ ਦਿੱਤਾ ਜਾ ਰਿਹਾ ਸੀ, ਰਾਈਟ। ਹੁਣ CAG ਹੈਜ਼ ਫਾਊਂਡ ਇਰਰੈਗੂਲੈਰਿਟੀਜ਼ ਇਨ ਦਿਸ ਸਕੀਮ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸਕੀਮ ਬਹੁਤ ਅੱਛੀ ਹੈ, ਸਕੀਮ ਬਹੁਤ ਜ਼ਰੂਰੀ ਵੀ ਹੈ, ਗਰੀਬਾਂ ਨੂੰ ਬਹੁਤ ਪੈਸਾ ਉਹਨਾਂ ਦਾ ਖਰਾਬ ਹੁੰਦਾ ਹੈ ਹੈਲਥ ਐਕਸਪੈਂਡੀਚਰਸ ਤੇ, ਇਸੇ ਲਈ ਗਵਰਨਮੈਂਟ ਨੇ ਸਕੀਮ ਬਣਾਈ ਸੀ। ਬੜੀ ਉਸੀ ਇੰਨੇ ਜ਼ਿਆਦਾ ਕਰਪਸ਼ਨ ਇਸ ਸਕੀਮ ਵਿੱਚ ਹੋ ਰਹੀ ਹੈ। ਟੈਗ ਰਿਪੋर्ट ਨੇ ਕਿਹਾ ਕਿ ਆਲਮੋਸਟ 7 ਕਰੋੜ ਰੁਪਇਆ ਜਿਹੜਾ ਇਹ ਗਵਰਨਮੈਂਟ ਨੇ ਪੇ ਕੀਤਾ ਹੈ ਆਲਮੋਸਟ 3500 ਪੇਸ਼ੈਂਟਸ ਲਈ, ਠੀਕ ਹੈ। ਐਂਡ ਇਹ 3500 ਪੇਸ਼ੈਂਟਸ ਜਿਹੜੇ ਹੈ ਪਹਿਲਾਂ ਇਹ ਸਕੀਮ ਦੇ ਅੰਡਰ ਹੀ ਡਿਸੀਜ਼ਡ ਜਾਂ ਮਰੇ ਹੋਏ ਡਿਕਲੇਅਰ ਕੀਤੇ ਹੋਏ ਸੀ, ਰਾਈਟ। ਐਂਡ ਨਾਓ ਅਗਰ ਤੁਸੀਂ ਡਾਟਾ ਦੇਖੋ ਤਾਂ ਡਾਟਾ ਇਜ਼ ਸ਼ੋਇੰਗ ਕਿ ਇੰਨਾ ਹੀ ਲੋਕਾਂ ਨੂੰ 7 ਕਰੋੜ ਰੁਪਇਆ ਦੇ ਕੇ ਇੰਸ਼ੋਰੈਂਸ ਦੇ ਅੰਡਰ ਰਿਵਾਈਵ ਕੀਤਾ ਗਿਆ ਹੈ ਕਾਈਂਡ ਆਫ, ਠੀਕ ਹੈ। ਪਹਿਲਾਂ ਇਹ ਮਰੇ ਹੋਏ ਡਿਕਲੇਅਰ ਕੀਤੇ ਹੋਏ ਆ ਪਿਛਲੀ ਰਿਪੋਰਟਾਂ ਵਿੱਚ ਤੇ ਨਾਓ ਯੂ ਸੀ ਇਹਨਾਂ ਦੇ ਹੀ ਨਾਮ ਤੇ ਇੰਸ਼ੋਰੈਂਸ ਇਸ਼ੂ ਕੀਤੇ ਹੋਏ ਨੇ, ਰਾਈਟ। ਫਰਸਟ ਏਰੀਆ ਆਫ ਯੂ ਕੈਨ ਸੇ ਕਰਪਸ਼ਨ। ਸੈਕਿੰਡ, CAG ਰਿਪੋर्ट ਕਹਿ ਰਹੀ ਹੈ ਕਿ ਜਿੰਨੇ ਵੀ ਜਿੰਨਾ ਵੀ ਇਹਨੇ ਡਾਟਾ ਸਟੱਡੀ ਕੀਤਾ ਹੈ ਉਸ ਚੋਂ 7.5 ਲੱਖ ਬੈਨੀਫੀਸ਼ੀਅਰੀਜ਼ ਦਾ ਅਗਰ ਤੁਸੀਂ ਫੋਨ ਨੰਬਰ ਦੇਖੋ ਸਿੱਧਾ 999999 ਤੇ ਰਿਪੋਰਟ ਕੀਤਾ ਹੋਇਆ ਹੈ। that means again possibility of huge number of fake beneficiaries, ਠੀਕ ਹੈ। ਅਗਰ ਰੀਅਲ ਬੈਨੀਫੀਸ਼ੀਅਰੀਜ਼ ਹੋਣ ਤਾਂ ਤੁਸੀਂ ਨੰਬਰ ਲਿਖੋਗੇ ਹੀ ਉਹਨਾਂ ਦਾ ਫੋਨ ਨੰਬਰ। ਮੋਸਟਲੀ ਇਹ ਚੀਜ਼ ਰਿਫਲੈਕਟ ਕਰਦੀ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਿ ਫੇਕ ਬੈਨੀਫੀਸ਼ੀਅਰੀਜ਼ ਹੈ, ਰਾਈਟ। ਇਸੇ ਤਰੀਕੇ ਨਾਲ 1200 ਜਾਂ 1300 ਦੇ ਅਰਾਊਂਡ ਬੈਨੀਫੀਸ਼ੀਅਰੀਜ਼ ਦਾ ਆਧਾਰ ਨੰਬਰ ਹੀ 0000 ਡਿਕਲੇਅਰ ਕੀਤਾ ਹੋਇਆ ਹੈ। ਹਾਊ ਇਜ਼ that possible? ਆਧਾਰ ਨੰਬਰ ਇਜ਼ ਯੂਨੀਕ ਫॉर एवरीवन। ਅਗਰ ਜੈਨੂਇਨ ਬੈਨੀਫੀਸ਼ੀਅਰੀ ਹੈ या कुछ पॉसिबिलिटी है कि कुछ को आधार कार्ड नहीं होएगा इसलिए 00 में भी रिकॉर्ड किया गया, बट दिस ऑल्सो रिफ्लेक्ट्स ह्यूज चांसेस ऑफ इरेगुलरिटीज। ਪੋਸਿਬਿਲਿਟੀ ਹੈ ਕਿ ਲੋਕਾਂ ਜਿੰਨਾ ਅਥਾਰਟੀਜ਼ ਦੇ ਕੋਲੇ ਪੈਸੇ ਦੀ ਉਹ ਹੁੰਦੀ ਹੈ ਅਥਾਰਟੀ, ਉਹ ਕਿਆ ਕਰਦੇ ਆ ਨਕਲੀ ਬੈਨੀਫੀਸ਼ੀਅਰੀਜ਼, ਨਕਲੀ ਨਾਮ, ਨਕਲੀ ਫੋਨ ਨੰਬਰ, ਨਕਲੀ ਆਧਾਰ ਕਾਰਡ ਵਗੈਰਾ ਲਿਖ ਕੇ ਦੇ ਜਸਟ ਟੇਕ ਦਾ ਬੈਨੀਫਿਟਸ। ਹੁਣ ਆਧਾਰ ਕਾਰਡ ਵਗੈਰਾ ਨਕਲੀ ਨਹੀਂ ਲਿਖ ਸਕਦੇ ਕਿਉਂਕਿ ਗਵਰਨਮੈਂਟ ਕੈਨ ਟਰੈਕ ਡਾਊਨ ਕਿ ਕਿਹਦੇ ਨਾਮ ਤੇ ਇਸ਼ੂ ਕੀਤਾ ਗਿਆ ਹੈ, ਤਾਂ ਇਸੇ ਲਈ ਆਧਾਰ ਕਾਰਡ ਵਿੱਚ 000 ਟਾਈਪਸ ਪਾਤਾ, ਫੋਨ ਨੰਬਰ ਚ ਵੀ ਫੇਕ ਫੋਨ ਨੰਬਰਸ ਪਾ ਦਿੱਤੇ ਹੈ, ਠੀਕ ਹੈ। ਸੋ ਦਿਸ ਇਜ਼ ਦ ਇਸ਼ੂ that India faces। ਇੰਨੀਆਂ ਸਕੀਮਸ ਆਪਾਂ ਲਾਂਚ ਕਰਦੇ ਹਾਂ that are meant for real benefit of the beneficiary, but beneficiary ਨੂੰ ਤਾਂ ਮੇਬੀ ਇਹਨਾਂ ਸਕੀਮਾਂ ਦਾ ਪਤਾ ਵੀ ਨਾ ਹੋਵੇ, ਬਟ ਜਿਹੜੀ ਅਥਾਰਟੀਜ਼ ਇਟਸੈਲਫ ਹੈ, ਵਿੱਚ ਵਾਲੇ ਲੋਕ ਜਿਹੜੇ ਹੈ ਮਿਡਲਮੈਨ ਜੋ ਹੈ that is one who is eating up all the benefits, ਠੀਕ ਹੈ। ਇਹ ਅੱਜ ਤੋਂ ਨਹੀਂ ਹੈ, ਇਹ ਸਾਲਾਂ ਤੋਂ ਇੰਡੀਆ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ। ਰਾਜੀਵ ਗਾਂਧੀ ਦੀ ਵੀ ਇੱਕ ਸਟੇਟਮੈਂਟ ਸੀ, ਹੀ ਸੈਡ ਕਿ ਅਗਰ ਅਸੀਂ 1 ਰੁਪਇਆ ਸ਼ੁਰੂ ਕਰਦੇ ਹਾਂ ਸੈਂਟਰ ਤੋਂ ਟੂ ਬੈਨੀਫਿਟ ਦ ਪੂਅਰ ਐਂਡ ਦ ਨੀਡੀ, ਦੈਨ ਇਹ ਉਹਦੇ ਤੱਕ ਪਹੁੰਚਦੇ ਪਹੁੰਚਦੇ ਸਿਰਫ 15 ਪੈਸੇ ਬਚ ਜਾਂਦੇ ਹੈ, ਰਾਈਟ। ਦੈਟ ਮੀਨਸ 85 ਪੈਸੇ ਜਿਹੜੇ ਹੈ ਉਹ ਰਾਸਤੇ ਦੇ ਮਿਡਲਮੈਨ ਹੀ ਖਾ ਜਾਂਦੇ ਹੈ। ਮਿਡਲਮੈਨ ਮੀਨਸ ਗਵਰਨਮੈਂਟ ਦੇ ਵੇਰੀਅਸ ਅਫੀਸ਼ੀਅਲਸ, ਅਥਾਰਟੀਜ਼ ਐਂਡ ਆਫਿਸਰਸ, there itself it is eaten in some way or the other। and ਹੁਣ ਵੀ ਉਹ ਸਿਚੁਏਸ਼ਨ ਆਪਾਂ ਚੇਂਜ ਨਹੀਂ ਕਰ ਪਾਏ ਹਾਂ, ਉਦੋਂ ਆਪਾਂ ਜੈਮ ਟ੍ਰਿਨਿਟੀ ਐਂਡ ਇਸ ਤਰੀਕੇ ਦੀ ਚੀਜ਼ਾਂ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਸਟਿਲ ਕਰਪਸ਼ਨ ਲੈਵਲਸ ਇਨ ਇੰਡੀਆ ਆਰ ਹਾਈਲੀ ਵਰੀਸਮ, ਠੀਕ ਹੈ ਜੀ। ਲਾਸਟ ਨਿਊਜ਼ ਆਈਟਮ ਹੈ ਵਿਦਿਆਗਿਰੀ। ਕਰੰਟ ਅਫੇਅਰਸ ਦੀ ਨਿਊਜ਼ ਹੈ, ਪ੍ਰੀਲਿਮਸ ਚ ਪੁੱਛੀ ਜਾ ਸਕਦੀ ਹੈ। ਨਵੀਂ ਫ੍ਰਿਜੇਟ ਜਿਹੜੀ ਹੈ ਲਾਂਚ ਕੀਤੀ ਹੈ ਇੰਡੀਆ ਨੇ ਪੌਪ ਐਂਡ ਸ਼ੋ ਨਾਲ, ਤੋ ਇਹ ਜਿਹੜੀ ਹੈ ਸਟੈਲਥ ਫ੍ਰਿਜੇਟ ਹੈ, ਪ੍ਰੋਜੈਕਟ 17A ਦੇ ਅੰਡਰ ਬਣੀ ਹੈ। ਇਸ ਤਰੀਕੇ ਦੇ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ, ਤੁਹਾਨੂੰ ਪਤਾ ਹੀ ਹੈ। ਇਸ ਚ ਸ਼ਿਵਾਲਿਕ ਕਲਾਸ ਦੀਆਂ ਫ੍ਰਿਜੇਟਸ ਬਣ ਰਹੀਆਂ। ਕਲਾਸ ਦਾ ਮਤਲਬ ਹੁੰਦਾ ਪਾਰਟਿਕੂਲਰ ਸਪੈਸੀਫਿਕੇਸ਼ਨਸ ਹੈ ਇਹਨਾਂ ਦੀਆਂ ਜਿਹੜੀਆਂ ਕਿ ਇਸ ਕਲਾਸ ਦੁਆਰਾ ਡਿਫਾਈਨ ਹੈ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਸਕੋਰਪੀਅਨ ਕਲਾਸ ਸਬਮਰੀਨਸ ਵੀ ਬਣਾ ਰਹੇ ਹਾਂ ਜਿਹੜੀਆਂ ਕਿ ਆਪਾਂ ਪਹਿਲਾਂ ਬਹੁਤ ਵਾਰ ਡਿਸਕਸ ਕਰ ਚੁੱਕੇ। ਦਿਸ ਇਜ਼ ਦ ਵਨ ਜਿਹੜੀ ਆਪਾਂ ਫਰਸਟ ਟਾਈਮ ਡਿਸਕਸ ਕਰ ਰਹੇ ਹਾਂ, ਬਟ ਦਿਸ ਇਜ਼ ਆਲਸੋ ਇੰਪੋਰਟੈਂਟ, ਠੀਕ ਹੈ। ਸੋ ਸ਼ਿਵਾਲਿਕ ਕਲਾਸ ਵਾਲਿਆਂ ਦਾ ਫੀਚਰਸ ਕਿਆ ਨੇ? ਇਹ ਗਾਈਡਡ ਮਿਸਾਈਲਸ ਹੁੰਦੀਆਂ ਨੇ, ਦੈਟ ਮੀਨਸ ਕਿ ਕੰਪਸ ਵਗੈਰਾ ਨਾਲ ਜਾਂ ਰਡਾਰਸ ਵਗੈਰਾ ਨਾਲ ਦੇ ਵਿਲ ਬੀ ਗਾਈਡਡ ਵੈਨ ਦੇ ਆਰ ਮੂਵਿੰਗ, ਠੀਕ ਹੈ। ਕਾਫੀ ਜ਼ਿਆਦਾ ਲੰਬੀਆਂ ਨੇ, 150 ਮੀਟਰ ਲੌਂਗ ਇਹ
ਰਿਜੇਟਸ ਹੋਣਗੀਆਂ, ਕਾਫੀ ਸਪੀਡ ਐਂਡ ਕਾਫੀ weight ਵੀ ਹੋਏਗਾ ਇਹਨਾਂ ਦੀਆਂ। ਟੋਟਲ ਇਸ ਪ੍ਰੋਜੈਕਟ ਦੇ ਅੰਡਰ 7 ਸਬਮਰੀਨਸ ਬਣ ਰਹੀਆਂ ਹੈ। 5 ਜਿਹੜੀਆਂ ਹੈ 2022 ਤੱਕ ਆਲਰੇਡੀ ਦੇ ਦਿੱਤੀਆਂ ਗਈਆਂ ਹੈ। ਦਿਸ ਇਜ਼ ਦ 6th ਵਨ। ਵਿੰਧਿਆਗਿਰੀ ਜਿਹੜੀ ਹੈ 6th ਵਨ ਹੈ ਇਸ ਕਲਾਸ ਦੇ ਅੰਡਰ। 7th ਜਿਹੜੀ ਆ ਅੱਗੇ ਫਿਊਚਰ ਵਿੱਚ ਆਏਗੀ। Right, so these are the total data about project 17A or Shivalik class submarines। इन्ना ते पूछा जा सकता है question। one significant development ਜਿਹੜੀ ਵਿੰਧਿਆਗਿਰੀ ਨਾਲ related ਹੈ ਕਿ 75% ਇਹਦੇ ਜਿਹੜੇ parts ਹੈ equipments ਹੈ ਉਹ indigenous firms ਜਾਂ MSMEs ਤੋਂ ਹੀ ਲਿੱਤੇ ਗਏ ਨੇ। that means this is also a great example of our ਆਤਮਨਿਰਭਰ ਭਾਰਤ। right, ਜਿਹੜਾ ਇੰਡੀਆ try ਕਰ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੇ ਜਿਹੜੇ ਚੀਜ਼ਾਂ ਹੈ ਉਹ ਇੰਡੀਜੀਨਸਲੀ ਬਣਨ, ਉਹ ਇਸ ਵਿੱਚ ਸ਼ੋਕੇਸ ਕੀਤਾ ਗਿਆ ਹੈ। ਰਾਈਟ, that is all for this news item। ਅਗਰ ਤੁਹਾਨੂੰ ਕੋਈ doubts ਹੈ, ਕੋਈ queries ਹੈ, you can always reach out to the given number 8837604500। right, so that is all for this। if you have any doubts and queries, reach out to us। thank you so much।